ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਰਾਹਤ ਦੀ ਰਾਹ ਦੇਖਦੇ ਲੋਕਾਂ ਦੀ ਉਮੀਦ ਮੱਧਮ ਪੈ ਗਈ ਹੈ ਕਿਉਂਕਿ ਭਾਵੇਂ ਕੇਂਦਰ ਸਰਕਾਰ ਵੱਲੋਂ 20 ਅਪ੍ਰੈਲ ਤੋਂ ਰਾਹਤ ਦੇਣ ਦਾ ਐਲਾਨ ਸੀ ਪਰ ਪੰਜਾਬ 'ਚ ਕੋਈ ਢਿੱਲ ਨਹੀਂ ਵਰਤੀ ਜਾਏਗੀ। ਪੰਜਾਬ 'ਚ ਕਰਫਿਊ ਸਖਤੀ ਨਾਲ ਲਾਗੂ ਹੋਵੇਗਾ। ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਰਮਜ਼ਾਨ ਦੌਰਾਨ ਵੀ ਕੋਈ ਰਾਹਤ ਨਹੀਂ ਮਿਲੇਗੀ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਜ਼ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਜਾਣ ਕਿ ਕਰਿਆਨਾ ਅਤੇ ਹੋਰ ਜ਼ਰੂਰੀ ਦੁਕਾਨਾਂ ਤੇ ਕੋਈ ਭੀੜ ਨਾ ਹੋਵੇ ਅਤੇ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦਾ ਸਖਤੀ ਨਾਲ ਪਾਲਣ ਹੋਵੇ। ਸਿਰਫ ਕਿਸਾਨਾਂ ਨੂੰ ਵਾਢੀ ਅਤੇ ਫਸਲ ਵੇਚਣ ਦੀ ਇਜਾਜ਼ਤ, ਮਜ਼ਦੂਰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਨਹੀਂ ਜਾ ਸਕਣਗੇ। ਰਮਜ਼ਾਨ ਦੇ ਮੱਦੇਨਜ਼ਰ ਕੋਈ ਸਪੈਸ਼ਲ ਕਰਫਿਊ ਪਾਸ ਨਹੀਂ ਬਣੇਗਾ। AC, ਕੂਲਰ ਅਤੇ ਪੱਖੇ ਦੀ ਸੇਲ ਅਤੇ ਸਰਵਿਸ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਸਕੂਲ ਕਾਲਜ ਦੀਆਂ ਕਿਤਾਬਾਂ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਵਿੱਚ ਨਹੀਂ। ਢਾਬਾ ਮਾਲਕ ਸੀਲਬੰਦ ਸਮਾਨ ਦਾ ਆਰਡਰ ਨਹੀਂ ਲੈ ਸਕਦੇ। ਕੰਟੋਨਮੈਂਟ ਜ਼ੋਨ ਵਿੱਚ ਕਿਸੇ ਵੀ ਗਤੀਵਿਧੀ ਦੀ ਆਗਿਆ ਨਹੀਂ। ਪੰਜਾਬ 'ਚ ਤਾਂ ਭਾਵੇਂ ਕੋਈ ਰਾਹਤ ਫਿਲਹਾਲ ਦੀ ਕੜੀ ਨਹੀਂ ਮਿਲੇਗੀ ਪਰ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਸ ਦੇ ਮੁਤਾਬਿਕ ਦੇਸ਼ ਵਿੱਚ 20 ਅਪ੍ਰੈਲ ਤੋਂ ਕੁਝ ਰਾਹਤਾਂ ਜ਼ਰੂਰ ਨੇ। ਤਾਂ ਉਧਰ ਪੂਰੇ ਭਾਰਤ ਦੇ ਵਿੱਚ 20 ਅਪ੍ਰੈਲ ਤੋਂ ਕੀ ਖੁੱਲੇਗਾ ਇਸ ਤੇ ਵੀ ਨਜ਼ਰ ਪਾਉਂਦੇ ਆ। ਕਿਸਾਨ ਅਤੇ ਮਜ਼ਦੂਰਾਂ ਨੂੰ ਵਾਢੀ ਅਤੇ ਫਸਲ ਸਾਂਭ ਸੰਭਾਲ ਦੀ ਇਜਾਜ਼ਤ ਹੋਵੇਗੀ। ਖਰੀਦ ਏਜੰਸੀਆਂ ਆਪਣਾ ਕੰਮ ਕਰ ਸਕਣਗੀਆਂ। ਖੇਤੀਬਾੜੀ ਦੇ ਔਜ਼ਾਰਾਂ ਨਾਲ ਸੰਬੰਧਿਤ ਦੁਕਾਨਾਂ ਖੁੱਲਣਗੀਆਂ। ਵਾਢੀ ਅਤੇ ਬਾਗਬਾਨੀ ਦੀ ਮਸ਼ੀਨਰੀ ਨੂੰ ਅੰਤਰਰਾਜੀ ਆਵਾਜਾਈ ਦੀ ਆਗਿਆ ਹੋਏਗੀ। ਮਨਰੇਗਾ ਮਜ਼ਦੂਰ ਕੰਮ ਕਰ ਸਕਣਗੇ। ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਸਪਲਾਈ ਅਤੇ ਢੋਆ ਢੁਆਈ ਦੀ ਇਜਾਜ਼ਤ ਹੋਏਗੀ। ਮੁਰਗੀ ਪਾਲਣ ਦਾ ਧੰਦਾ ਚਾਲੂ ਰਹੇਗਾ। ਫੀਡ ਨੂੰ ਤਿਆਰ ਕਰਨ ਵਾਲੇ ਪਲਾਂਟਾਂ ਨੂੰ ਆਗਿਆ ਹੋਏਗੀ। RBI ਅਤੇ RBI ਵੱਲੋਂ ਸੰਚਾਲਿਤ ਫਾਈਨੈਂਸ਼ੀਅਲ ਅਦਾਰੇ ਕੰਮ ਕਰਨਗੇ। ਬੈਂਕ ਅਤੇ ATM ਖੁੱਲੇ ਰਹਿਣਗੇ। IT ਮਾਹਿਰ, ਬੈਂਕਿੰਗ ਕੋਰਸਪੋਂਡੈਂਟ, ਕੈਸ਼ ਮੈਨੇਜਮੈਂਟ ਏਜੰਸੀਆਂ ਕੰਮ ਕਰ ਸਕਣਗੀਆਂ। ਪੈਟਰੋਲ, ਡੀਜ਼ਲ, ਕੈਰੋਸੀਨ, CNG, LPG ਅਤੇ PNG ਦੀ ਉਪਲਬਧਤਾ ਰਹੇਗੀ। ਡਾਕਖਾਨੇ ਆਮ ਦੀ ਤਰ੍ਹਾਂ ਕੰਮ ਕਰਨਗੇ। ਸਮਾਨ ਦੀ ਅੰਤਰਰਾਜੀ ਢੋਆ ਢੁਆਈ ਨੂੰ ਮਨਜ਼ੂਰੀ ਹੋਏਗੀ। ਸਮਾਨ ਦੀ ਢੋਆ ਢੁਆਈ ਲਈ ਟਰੱਕ ਚੱਲ ਸਕਣਗੇ। ਸਥਾਨਕ ਸਟੋਰ, ਕਰਿਆਨਾ, ਰਾਸ਼ਨ, ਸਬਜ਼ੀਆਂ, ਫਲ, ਡੇਅਰੀ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਹੋਮ ਡਿਲੀਵਰੀ ਨੂੰ ਵੱਧ ਤਵੱਜੋ ਦੇਵੇਗਾ। ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ, ਬ੍ਰੌਡਕਾਸਟ, DTH ਸਰਵਿਸ ਚਾਲੂ ਰਹੇਗੀ। IT ਸੰਬੰਧਿਤ ਕੰਪਨੀਆਂ 50% ਮੁਲਾਜ਼ਮਾਂ ਨਾਲ ਕੰਮ ਕਰ ਸਕਣਗੀਆਂ। ਕੁਰੀਅਰ ਸਰਵਿਸ ਆਮ ਦੀ ਤਰ੍ਹਾਂ ਚੱਲੇਗੀ। ਬਿਜਲੀ ਮਕੈਨਿਕ, ਪਲੰਬਰ ਅਤੇ ਕਾਰਪੈਂਟਰ ਕੰਮ ਕਰ ਸਕਣਗੇ। ਪੇਂਡੂ ਇਲਾਕਿਆਂ ਦੀਆਂ ਉਦਯੋਗਿਕ ਇਕਾਈਆਂ ਚੱਲ ਸਕਣਗੀਆਂ। ਤੈਅ ਮਾਪਦੰਡਾਂ ਮੁਤਾਬਕ ਮਜ਼ਦੂਰਾਂ ਨੂੰ ਸਹੂਲਤਾਂ ਲਾਜ਼ਮੀ ਨੇ। ਡਰੱਗ, ਮੈਡੀਕਲ ਡਿਵਾਈਸ, ਦਵਾਈਆਂ ਦਾ ਕੱਚਾ ਮਾਲ ਸਪਲਾਈ ਹੋ ਸਕੇਗਾ। ਪਿੰਡਾਂ 'ਚ ਇੱਟਾਂ ਦੇ ਭੱਠੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ 'ਚ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਮੈਡੀਕਲ ਐਮਰਜੈਂਸੀ ਦੀ ਹਾਲਤ ਦੇ ਵਿੱਚ ਹੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੋਏਗੀ। 4 ਪਹੀਆ ਵਾਹਨ ਤੇ 2 ਲੋਕ ਸਵਾਰ ਹੋ ਸਕਦੇ ਨੇ ਜਦੋਂ कि 2 पहिया वाहन से सिर्फ एक शख्स सफर कर सकता है। 20 अप्रैल यानी कि आज रात से नॉन कंटेनमेंट एरियाज में सेलेक्टिव रिलैक्सेशन के तहत हॉटस्पॉट्स जो डिस्ट्रिक्ट है हमारे, उसमें कंटेनमेंट एरियाज में ये रिलैक्सेशन लागू नहीं होगा। स्टेट्स, यूटीज लोकल रिक्वायरमेंट्स के अकॉर्डिंग जो गाइडलाइंस गवर्नमेंट ऑफ इंडिया ने दी हैं उससे फर्दर स्ट्रिक्ट मेजर्स भी इम्पोज कर सकती हैं। कंटेनमेंट जोन्स के विषय में मैं बताना चाहूँगा कि जो हमारी हेल्थ मिनिस्ट्री गाइडलाइंस है वह कहती है कि हॉटस्पॉट्स या रेड जोन्स वो एरियाज हैं जहां पर या तो लार्ज नंबर में कोविड केसेस पाए गए हैं या जहां पर कोविड केसेस का डबलिंग रेट 4 दिन से कम है। इन हॉटस्पॉट्स में लोकल एडमिनिस्ट्रेशन डिजीज स्प्रेड को कंट्रोल करने के लिए कंटेनमेंट जोन्स और बफर जोन्स को डिलिनेट करते हैं। इन कंटेनमेंट जोन्स में कोई भी रिलैक्सेशन परमिटेड नहीं है। यहाँ पर स्ट्रिक्ट पैरामीटर कंट्रोल होगा और जिसके तहत इसेंशियल सर्विसेज के अलावा कोई और सर्विसेज अलाउ नहीं की जाएंगी। जहां पर भी हम साथ में सेलेक्टिव रिलैक्सेशन देंगे यानी कि इन कंटेनमेंट जोन से बाहर का एरिया, वहां पर भी स्टेट्स और डिस्ट्रिक्ट्स को इंश्योर करना है कि जो एग्जिस्टिंग लॉकडाउन से संबंधित मेजर्स हैं
उनका स्ट्रिक्ट कंप्लायंस हो। गृह मंत्रालय ने परिस्थितियों का आंकलन करते हुए आज आदेश पारित किया है कि ई कॉमर्स द्वारा गैर आवश्यक वस्तुओं यानी कि नॉन एसेंशियल गुड्स की सप्लाई पर लॉकडाउन अवधि में रोक रहेगी। ऐसे क्षेत्र जो हॉटस्पॉट्स, क्लस्टर्स, कंटेनमेंट जोन्स में नहीं आते हैं और जिनमें कई गतिविधियों की अनुमति दी जा रही है, वहां सावधानी बरतना है और यह सुनिश्चित करना आवश्यक है कि छूट वास्तविक परिस्थितियों का सही से आंकलन करके ही दी जाए। ग्रामीण क्षेत्रों में कई आर्थिक गतिविधियों की अनुमति दी गई है, इसलिए जिला अधिकारियों को उद्योग समूहों के साथ सहयोग से राज्य के भीतर ही मजदूरों को उनके कार्यस्थल पर स्थानांतरित करने की व्यवस्था करनी चाहिए। इससे न केवल आर्थिक गतिविधियों को गति मिलेगी, बल्कि मजदूरों को रोजगार के अवसर भी मिलने लगेंगे। ਮੁਲਕ 'ਚ 26 ਦਿਨ ਤੋਂ ਮੁਕੰਮਲ ਤਾਲਾਬੰਦੀ ਹੈ। ਅਰਥ ਵਿਵਸਥਾ ਮੁੱਦੇ ਮੂੰਹ ਜਾ ਪਈ ਹੈ। ਅਜਿਹੇ 'ਚ ਫਿਰ ਤੋਂ ਪੈਰਾਂ ਸਿਰ ਕਰਨ ਲਈ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਹ ਰਿਆਇਤਾਂ ਸਹਿ ਸ਼ਰਤਾਂ ਨੇ ਅਤੇ ਹੌਟਸਪੌਟ ਐਲਾਨੇ ਇਲਾਕਿਆਂ 'ਚ ਰਾਹਤ ਵਾਲੇ ਫੈਸਲੇ ਅਜੇ ਲਾਗੂ ਨਹੀਂ ਹੋਣਗੇ ਅਤੇ ਨਿਯਮਾਂ ਦੀ ਅਣਦੇਖੀ ਤੇ ਰਿਆਇਤਾਂ ਵਾਪਸ ਲੈ ਲਈਆਂ ਜਾਣਗੀਆਂ।